मैं 16 साल 3 महीने कैद कटी है, वो भी मैं बेगुनाह कटी है। जो मैं कट के निकल आया तो फिर मैंने मुआशरा तस्लीम क्यों नहीं करता? ये भी मेरा ही कसूर है। मेरा सारा कुछ विक गया। भाई का इन्हें समझो एक मजेरा रहा वा, नौकर रहा ਉਹਦੇ ਮਾਲ ਨੂੰ ਪੱਠੇ ਪਾਣਾ ਵਾ, ਜ਼ਮੀਨ ਪਾਣੀ ਲਾਣਾ ਵਾ, ਤਾਂ ਜਾ ਕੇ ਉਹ ਮੈਨੂੰ ਦਿੰਦਾ ਖਾਣ ਵਾਸਤੇ। ਇੰਨੇ ਕੁ ਮੇਰੇ ਹਾਲਾਤ ਹੋ ਗਏ ਨੇ ਤੇ ਜਿਹਦੇ ਵਿੱਚ ਮੈਂ ਟੋਟਲੀ ਹੀ ਬੇਗੁਨਾਹ ਵਾਂ। दो हज़ार 3 ਦੇ ਵਿੱਚ ਵਕੂਆ ਹੋਇਆ ਸੀ, ਤੀਜੇ ਮਹੀਨੇ ਦੀ 19 ਤਰੀਕ, ਜਿਸ ਮੇਰੇ ਤੇ ਇਲਜ਼ਾਮ ਲੱਗਿਆ ਨਾ ਇਹ ਕਤਲ ਦਾ। ਉਸ ਮੈਟ੍ਰਿਕ ਦਾ ਮੈਂ ਇਮਤਿਹਾਨ ਦੇ ਚੁੱਕਾ ਸਾਂ। ਇਹ ਸਾਰਾ ਕੰਮ ਜਨਾਬ ਨਾ ਮੈਂ ਇਹਦੇ ਵਿੱਚ ਮੁਲਵਸ ਹਾਂ, ਨਾ ਮੈਨੂੰ ਇਸ ਚੀਜ਼ ਦਾ ਪਤਾ ਹੀ ਹੈ ਵੀ ਵਕੂਆ ਕਿਸ ਟਾਈਮ ਹੋਇਆ। ਇਹ ਰਸਮੀ ਸੁਬਾਹ ਮੈਨੂੰ 8 ਵਜੇ ਪਤਾ ਲੱਗਾ ਵੀ ਵਕੂਆ ਟਪਿਆਲੇ ਇਹ ਵਕੂਆ ਹੋ ਗਿਆ। ਸਾਡੇ ਪਿੰਡ ਦੇ ਇੱਕ ਹੋਰ ਹੀ ਬਰਾਦਰੀ ਹੈ, ਉਹਨਾਂ ਨਾਲ ਸਾਡੀ ਸੀ ਦੁਸ਼ਮਣੀ। ਉਹਨਾਂ ਨਾਲ ਰਲ ਕੇ ਮਕਤੂਲਾ ਨਾਲ ਸਾਡੇ ਤੇ ਪਰਚਾ ਕਰਵਾਇਆ। ਸਾਡਾ ਜਿਹੜਾ ਥਾਣਾ ਹੈ ਡਿੰਗਾ, ਅਸੀਂ ਜਿਸ ਉੱਥੇ ਗਏ ਹਾਂ ਉਹਨਾਂ ਸਾਡੇ ਤੇ ਪਹਿਲੀ ਗੱਲ ਤੇ ਤਸ਼ੱਦਦ ਕੀਤਾ ਕਿ ਵੀ ਤੁਸੀਂ ਇਹ ਤਸਲੀਮ ਕਰੋ ਇਹ ਵਾਕਿਆ ਜਿਹੜਾ ਤੁਸੀਂ ਕੀਤਾ। ਸਾਡੇ ਤੇ ਰਾਈਫਲਾਂ ਕੋਲੋਂ ਪਾ ਪੂ ਕੇ ਜਨਾਬ ਸਾਡਾ ਇਹਨਾਂ ਚਲਾਨ ਜਿਹੜਾ ਕੀਤਾ ਉਹਨਾਂ ਨੂੰ ਸਾਨੂੰ ਗੁਜਰਾਤ ਜੇਲ੍ਹ ਦਿੱਤਾ। ਜਿਹੜੀ ਸੈਸ਼ਨ ਕੋਰਟ ਦੀ ਕਾਰਵਾਈ ਉਹ ਤਕਰੀਬਨ 14 ਮਹੀਨੇ ਚੱਲੀ ਹੈ। ਤਕਰੀਬਨ ਮੈਂ 3 ਏਕੜ ਦਾ ਮਾਲਕ ਸਾਂ। ਸਾਡੀ ਉਸ ਮੇਰੀ ਤਕਰੀਬਨ 1 ਏਕੜ ਜ਼ਮੀਨ ਜਿਹੜੀ ਇਹਨੂੰ ਮੈਂ ਵੇਚ ਕੇ ਆਪਣੀ ਤੇ ਇਹ ਸਾਰਾ ਵਕੀਲ ਦੇ ਪੈਸੇ ਦਿੱਤੇ ਨੇ। ਫਿਰ ਜਨਾਬ ਅੱਗੋਂ ਜਿਹੜੀਆਂ ਮੁਲਾਕਾਤਾਂ ਨੇ ਉੱਥੇ ਵੀ ਖਰਚੇ ਹੁੰਦੇ ਸਨ। 2004 ਦੇ 7ਵੇਂ ਮਹੀਨੇ ਦੀ 21 ਤਰੀਕ ਜਿਹੜੀ ਹੈ ਸਾਡਾ ਫੈਸਲਾ ਹੋ ਗਿਆ, ਜਿਹਦੇ ਵਿੱਚ ਮੈਂ ਨਵਾਜ਼ ਅੰਜਮਵਾਸ ਅਸੀਂ 2 ਬੰਦੇ ਸਜ਼ਾ ਮੌਤ ਹੋ ਗਏ ਹਾਂ ਤੇ ਜਿਹੜਾ ਆਪਣਾ ਇਮਤਿਆਜ਼ ਤੇ ਬਲਾਲ ਇਹ ਦੋਵੇਂ 25 ਸਾਲ ਹੋ ਗਏ ਨੇ। ਤੀਸਰਾ ਪੰਜਵਾਂ ਸੀ ਸਾਡਾ ਬਾਬਰ ਜਵੇਦ, ਉਹ ਬਰੀ ਕਰ ਦਿੱਤਾ ਉਹਨੇ। ਜਦੋਂ ਸੈਸ਼ਨ ਕੋਰਟ ਨੇ ਸਾਨੂੰ ਸਜ਼ਾ ਮੌਤ ਸੁਣਾਈ ਹੈ ਨਾ, ਅਸੀਂ ਸਾਡੇ ਜ਼ਿਹਨੋ ਗੁਮਾਨ ਵਿੱਚ ਹੀ ਨਹੀਂ ਸੀ ਇਹ ਵੀ ਅਸੀਂ ਸਜ਼ਾ ਮੌਤ ਹੋ ਜਾਂਦੇ। ਮੇਰੇ ਤੇ ਆਪਣੇ ਜ਼ਾਤੀ ਮੈਂ ਆਪਣੇ ਅੰਦਰ ਦੀ ਗੱਲ ਕਰਨਾ ਵਾਂ ਬਈ ਮੈਂ ਤਾਂ ਹੈ ਹੀ ਬੇਗੁਨਾਹ ਵਾਂ, ਮੇਰੇ ਨਾਲ ਤਾਂ ਇਨਸਾਫ ਹੋਵੇਗਾ। ਮੇਰੇ ਨਾਲ ਤਾਂ ਜਨਾਬ ਬੜੀ ਜ਼ਾਤੀ ਕੀਤੀ ਜਿਸ ਉਸਨੇ ਆਖਿਆ ਤੈਨੂੰ ਸਜ਼ਾ ਮੌਤ ਹੈ। ਇਹਦੇ ਬਾਅਦ ਫਿਰ ਜਨਾਬ ਅਸੀਂ ਵਕੀਲ ਬਦਲ ਲਿਆ। ਅਸਾਂ 3 ਹਫ਼ਤੇ ਦੇ ਅੰਦਰ ਅੰਦਰ ਹਾਈ ਕੋਰਟ ਅਪੀਲ ਕੀਤੀ। ਉਸ ਵੇ ਫਿਰ ਮੈਂ ਦੂਸਰਾ ਏਕੜ ਜ਼ਮੀਨ ਦਾ ਵੇਚ ਕੇ 9 ਲੱਖ ਰੁਪਈਆ ਜਿਹੜਾ ਨਾ ਉਹ ਉਹਨੂੰ ਲਤੀਫ ਖੋਸੇ ਨੂੰ ਦਿੱਤਾ ਤੇ ਫਿਰ ਜਨਾਬ ਸਾਡੀ ਅਪੀਲ ਦਾਇਰ ਹੋਈ। ਫਿਰ ਜਿਸ ਵੇ ਉਹ ਅਪੀਲ ਦਾਇਰ ਕੀਤੀ ਸਾਡਾ 6 ਸਾਲ ਕੇਸ ਹੀ ਨਹੀਂ ਸੁਣਿਆ ਗਿਆ। ਉਹਦੇ ਤੋਂ ਬਾਅਦ ਜਿਹੜੀ ਇਹ ਫਿਰ ਉਹ ਜਨਾਬ ਗਵਰਨਰ ਬਣ ਗਿਆ ਲਤੀਫ ਖੋਸਾ। ਉਹਦੀ ਜਗ੍ਹਾ 'ਤੇ ਆ ਗਿਆ ਖੁਰਮ ਲਤੀਫ ਖੋਸਾ। ਉਹਨੇ ਫਿਰ ਸਾਡੀ ਪੇਸ਼ੀ 6 ਸਾਲ ਬਾਅਦ ਪੇਸ਼ ਹੋਇਆ ਤੇ ਜਿਹਦੇ 'ਚ ਸਾਡੀ ਉਹ ਅਪੀਲ ਖਵਾਜਾ ਸ਼ਰੀਫ ਸਾਹਿਬ ਨੇ ਰਿਜੈਕਟ ਕਰ ਦਿੱਤੀ। ਮੇਰੇ ਵਾਲਿਦ ਸਾਹਿਬ ਨੂੰ ਇਸ ਚੀਜ਼ ਦਾ ਪਤਾ ਲੱਗਿਆ ਵੀ ਮੇਰੇ ਬੇਟੇ ਦੀ ਅਪੀਲ ਰਿਜੈਕਟ ਹੋ ਗਈ ਹੈ। ਉਹ ਇਸ ਗੱਲ ਦਾ ਬੜਾ ਉਹਨਾਂ ਨੂੰ ਦੁੱਖ ਲੱਗਾ, ਬੜਾ ਅਫਸੋਸ ਹੋਇਆ। ਉਹ ਫਿਰ ਨਾ ਇੰਨਾ ਕੁ ਪਰੇਸ਼ਾਨ ਤੇ ਟੈਨਸ਼ਨ ਵਿੱਚ ਰਹੇ ਨੇ। ਉਹਨਾਂ ਨੇ ਐਂਡ ਉਹ ਜਿਹੜੀ ਹੈ ਨਾ ਇਸੇ ਗਮ ਵਿੱਚ ਉਹ ਇਸ ਦੁਨੀਆ ਤੋਂ ਚਲੇ ਗਏ ਨੇ। ਜੇਲ੍ਹ 'ਚ ਮੁਲਾਕਾਤਾਂ ਮੇਰੀ ਵਾਲਦਾ ਹੀ ਕੀਤੀਆਂ ਨੇ। ਵਾਲਦਾ ਜਾਂਦੇ ਸਨ, ਉਸ ਬੜਾ ਪਰੇਸ਼ਾਨ ਹੁੰਦੇ ਸਨ, ਉਸ ਕੰਦਿਆਂ ਨੂੰ ਫੜ ਕੇ ਰੋਂਦੇ ਰਹਿੰਦੇ ਸਨ ਜਾਂ ਉਹ ਇਹ ਦੁਆਵਾਂ ਕਰਦੇ ਸਨ ਯਾ ਅੱਲਾ ਕਦੇ ਸਾਡਾ ਪੁੱਤਰ ਵੀ ਬਾਹਰ ਆਵੇਗਾ। ਉਹਦੇ ਤੋਂ ਬਾਅਦ 21 ਦਿਨ ਬਾਅਦ ਅਸਾਂ ਉਹ ਕਾਗਜ਼ ਕਢਵਾ ਕੇ ਆਪਣੀ ਜਿਹੜੀ ਕਾਪੀ ਕਢਵਾ ਕੇ ਫੈਸਲੇ ਦੀ, ਉਹਦੇ 'ਤੇ ਫਿਰ ਅਸੀਂ ਵਕੀਲ ਨਵਾਂ ਕੀਤਾ ਜਿਹਦੇ 'ਚ 1 ਏਕੜ ਜ਼ਮੀਨ ਮੇਰੇ ਕੋਲ ਰਹਿ ਗਈ ਸੀ ਬਕਾਇਆ। ਉਹ ਮੈਂ ਵੇਚ ਕੇ ਖਵਾਜਾ ਸੁਲਤਾਨ ਮੈਂ ਵਕੀਲ ਕੀਤਾ। ਉਹਨੇ ਸਾਡੀ ਅਪੀਲ ਦਾਇਰ ਕੀਤੀ। ਜਿਸ ਉਹ ਦਾਇਰ ਕੀਤੀ ਤਾਂ ਮਰ ਗਿਆ। ਜਿਸ ਉਹ ਮਰ ਗਿਆ ਤਾਂ ਫਿਰ ਸਾਡੇ ਜਨਾਬ ਸਾਡਾ ਕੇਸ
ਕਿਸੇ ਨਹੀਂ ਸਾਡਾ ਸੁਣਿਆ। ਫਿਰ 9 ਸਾਲ ਸਾਡਾ ਕੇਸ ਉਸੇ ਤਰ੍ਹਾਂ ਪਿਆ ਰਿਹਾ ਵੇ। ਉਹਦੇ ਬਾਅਦ ਫਿਰ ਜਨਾਬ ਵਕੀਲ ਇੱਕ ਸੀ ख्वाजा हरस, ਉਹਦਾ ख्वाजा सुल्तान ਦਾ ਬੇਟਾ। ਫਿਰ ਉਹਦੇ ਕੋਲ ਅਸੀਂ ਜਨਾਬ ਗਏ ਤੇ ਉਹਦਾ ਤਰਲਾ ਕੀਤਾ ਵੀ ਇੰਨੀ ਕਰ ਵੀ ਪੇਸ਼ ਹੋ। ਉਹ ਆਂਦਾ ਸੀ ਮੈਨੂੰ ਫੀਸ ਦਿਓ। ਅਸੀਂ ਆਂਦੇ ਅਸੀਂ ਫੀਸ ਨਹੀਂ ਦੇ ਸਕਦੇ, ਤੇਰੇ ਵਾਲਨ ਦੇ ਚੁੱਕੇ ਹਾਂ। ਉਹ ਆਂਦਾ ਸੀ ਮੈਨੂੰ ਮਹੀਨੇ ਦਿਓ। ਸਾਡੇ ਕੋਲ ਕੋਈ ਨਹੀਂ। ਅਸੀਂ ਫਿਰ ਜਨਾਬ ਠੱਗ ਵੱਜ ਕੇ ਤਰਲਾ ਤੱਪਾ ਕਰਕੇ ਕੁਝ ਮੇਰਾ ਮਤਲਬ ਹੈ ਰਿਸ਼ਤੇਦਾਰਾਂ को लै लो के फिर कुछ उन ਦਿੱਤੇ ਭਈਆ 2-5 ਲੱਖ ਉਹਨੂੰ ਮਜ਼ੀਦ ਦਿੱਤਾ ਤੇ ਤਾਂ ਜਨਾਬ ਉਹ ਸਾਡੀ ਸਮਾਤ ਤੇ ਉਹ ਪੇਸ਼ੀ ਤੇ ਪੇਸ਼ ਹੋਇਆ। ਇਹ ਉਸ ਦੌਰ ਦੀ ਗੱਲ ਜਿਸ ਵੇਲੇ ਨਵਾਜ਼ ਸ਼ਰੀਫ ਦਾ ਕੇਸ ਇਸਲਾਮਾਬਾਦ ਸੁਪਰੀਮ ਕੋਰਟ ਲੱਗੇ ਸੀ, ਪਨਾਮਾ ਕੇਸ। ਉਹਦੀ ਵਜ੍ਹਾ ਤੋਂ ख्वाजा हरस ਉਹਦੇ ਪੇਸ਼ ਹੋ ਰਹੇ ਸਨ ਤੇ ਮੇਰਾ ਕੇਸ ਉਹਦੀ ਵਜ੍ਹਾ ਤੋਂ ਵੀ ਡਿਲੇ ਹੋ ਗਿਆ ਸੀ। ਉਹਦੀ ਵਜ੍ਹਾ ਤੋਂ ਮੈਨੂੰ ਤਕਰੀਬਨ ਸਾਲ 1.5 ਸਾਲ ਜਿਹੜਾ ਨਾ ਇਹ ਅਸੀਂ ਪੇਸ਼ੀਆਂ ਨਿਕਲਦੀਆਂ ਨਹੀਂ, ਲੇਕਿਨ ख्वाजा ਸਾਹਿਬ ਪੇਸ਼ ਨਹੀਂ ਹੋਏ। ਫਿਰ ਅਸੀਂ ਲਾਹੌਰ ਗਏ ਹਾਂ। ਫਿਰ ਲਾਹੌਰ ਜਾ ਕੇ ਉਹਦੇ ਮੁਨਸ਼ੀ ਨਾਲ ਗੱਲ ਕੀਤੀ ਹੈ। ਫਿਰ ਜਨਾਬ ਅਗਲੀ ਪੇਸ਼ੀ ਜਿਹੜੀ ਸਾਡੀ ਨਿਕਲੀ ਨਾ, ਉੱਥੇ ਆ ਕੇ ਪੇਸ਼ ਹੋਏ ਨੇ। ਫਿਰ ਉਹ ਜਨਾਬ ਉਹਨਾਂ ਫਿਰ ਆ ਕੇ ਬਹਿਸ ਕੀਤੀ ਹੈ ਤੇ ਅੱਲਾ ਕੀਤਾ ਫਿਰ ਉਹ ਸੁਪਰੀਮ ਕੋਰਟ ਨੇ ਨਾਕਾਫੀ ਸਬੂਤ ਦੀ ਵਜ੍ਹਾ ਤੋਂ ਸਾਡਾ ਕੇਸ ਬਰੀ ਕਰ ਦਿੱਤਾ। ਜਿਸ ਵੇਲੇ ਮੈਂ ਉੱਥੋਂ ਜੇਲ੍ਹ 'ਚ ਬਾਹਰ ਨਿਕਲਿਆ ਨਾ ਤੇ ਬੜੀ ਅਜੀਬੋ ਗਰੀਬ ਹੀ ਦੁਨੀਆ ਸੀ। ਮੈਂ ਯਕੀਨ ਕਰੋ ਪਛਾਣਿਆ ਹੀ ਨਹੀਂ ਗਿਆ ਵੀ ਬਾਹਰ ਦਾ ਮਾਹੌਲ ਵੇਖ ਕੇ ਨਾ ਇੱਕ ਵਾਰੀ ਨਾ ਬੰਦਾ ਦਾ ਜ਼ਿਹਨ ਜਿਹੜਾ ਨਾ ਮੇਰਾ ਇੰਨੇ ਨਾ ਡਗਮਗਾ ਗਿਆ। 16 ਸਾਲ ਇੱਕ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ ਤੇ ਉਹ ਹਿੱਸਾ ਜਿਹੜਾ ਜ਼ਿੰਦਗੀ ਦਾ ਖੂਬਸੂਰਤ ਹਿੱਸਾ ਉਹ ਮੈਂ ਜੇਲ੍ਹ 'ਚ ਗੁਜ਼ਾਰ ਆਇਆ ਸਾਂ। ਮੈਨੂੰ ਹਰ ਸ਼ੈ ਭੁੱਲ ਗਈ ਸੀ ਨਾ। ਬਚਪਨ ਮੇਰਾ ਤਾਂ ਗੁਜ਼ਰ ਹੀ ਜੇਲ੍ਹ ਵਿੱਚ ਗਿਆ। ਜਿਸ ਮੈਂ ਆਇਆ ਉਸ ਵੇਲੇ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਰਿਸ਼ਤਾ ਮੰਗਿਆ ਸੀ ਆਪਣੇ ਮਾਮੂ ਕੋਲ। ਮਾਮੂ ਨੇ ਸਾਨੂੰ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਉਹ ਸਕਿਆ ਜੀ ਮੈਂ ਨਹੀਂ ਦੇਣਾ। ਫਿਰ ਇੱਕ ਹੋਰ ਰਿਸ਼ਤਾ ਆਇਆ, ਉਹ ਵੀ ਸਾਨੂੰ ਇਨਕਾਰ ਕਰ ਦਿੱਤਾ। ਫਿਰ ਇੱਕ ਹੋਰ ਆਇਆ, ਉਹ ਵੀ ਇਨਕਾਰ ਕਰ ਦਿੱਤਾ। ਫਿਰ ਮੇਰਾ ਇੱਕ ਚਾਚੇ ਦਾ ਬੇਟਾ ਸੀ, ਉਹਨੇ ਫਿਰ ਮੇਰਾ ਰਿਸ਼ਤਾ ਕਰਾਇਆ ਤੇ ਤਾਂ ਜਾ ਕੇ ਜਨਾਬ ਉਹ ਵੀ ਬੜੀ ਮੁਸ਼ਕਲ ਨਾਲ ਸਾਡੀ ਜਿਹੜੀ ਹੈ ਨਾ ਰਿਸ਼ਤਾ ਹੋਇਆ। ਮੈਂ 16 ਸਾਲ ਤੇ 3 ਮਹੀਨੇ ਸਜ਼ਾਏ ਮੌਤ ਕੱਟੀ ਹੈ। ਮੇਰਾ ਉਹ 16 ਸਾਲ ਤੇ 3 ਮਹੀਨੇ ਕਿਤੇ ਗਏ ਨੇ, ਮੇਰਾ ਸਾਰਾ ਕੁਝ ਵਿਕ ਗਿਆ। ਮੇਰਾ ਇਹ ਮੈਂ ਹੁਣ ਜੋ ਕੁਝ ਜਿੱਥੇ ਬੈਠਿਆ ਵਾਂ ਇਹ ਮੈਂ ਭਾਈ ਦਾ ਇੰਨੇ ਸਮਝੋ ਇੱਕ ਮਜ਼ੇਰਾ ਰਿਹਾ ਵਾਂ, ਨੌਕਰ ਰਿਹਾ ਉਹਦਾ ਮੈਂ ਉਹਦੇ ਮਾਲ ਨੂੰ ਪੱਠੇ ਪਾਉਂਦਾ ਵਾਂ, ਉਹਦੇ ਮੇਰਾ ਮਤਲਬ ਜ਼ਮੀਨ ਪਾਣੀ ਲਾਉਂਦਾ ਵਾਂ ਤੇ ਤਾਂ ਜਾ ਕੇ ਜਨਾਬ ਮੈਂ ਰੋਟੀ ਬਰਕੀ ਉਹ ਮੈਨੂੰ ਦਿੰਦਾ ਖਾਣ ਵਾਸਤੇ। ਇੰਨੇ ਕੁ ਮੇਰੇ ਹਾਲਾਤ ਹੋ ਗਏ ਨੇ ਤੇ ਜਿਹਦੇ ਵਿੱਚ ਮੈਂ ਟੋਟਲੀ ਹੀ ਬੇਗੁਨਾਹ ਵਾਂ। ਇੱਥੇ ਜਨਾਬ ਜਿਹੜੀ ਸਾਡੀ ਇਹ ਲੋਅਰ ਕੋਰਟ ਹੈ, ਸੈਸ਼ਨ ਕੋਰਟ ਜਿਹੜੀ ਹੈ, ਇੱਥੇ ਤਕਰੀਬਨ 95% ਫੈਸਲੇ ਠੀਕ ਹੀ ਨਹੀਂ ਹੁੰਦੇ। ਬਈ ਮੇਰਾ ਮਤਲਬ ਹੈ ਕੋਈ ਨਹੀਂ ਇਨਕੁਆਰੀ ਨਹੀਂ, ਪੁੱਛ ਨਹੀਂ ਗਿੱਛ ਨਹੀਂ, ਬਸ ਜੋ ਮਰਜ਼ੀ ਹੋਵੇ ਜੋ FIR 'ਚ ਹੋਵੇ ਉਹਦੇ ਮੁਤਾਬਕ ਫੈਸਲਾ ਕਰ ਛੱਡਦੇ ਨੇ। ਹਾਈ ਕੋਰਟ 50% ਬੰਦੇ ਨੂੰ ਇਨਸਾਫ ਮਿਲਦਾ, 100% ਨਹੀਂ ਮਿਲਦਾ। ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਅੱਲਾ ਹਕਾਮ ਕੋਲੋਂ ਵੀ ਮੇਰੇ ਨਾਲ ਐਡਾ ਜ਼ੁਲਮ ਕਿਉਂ ਹੋਇਆ। ਫਿਰ ਜਨਾਬ ਮੇਰੇ ਸਾਨ ਉੱਥੇ ਕਈ ਐਸੇ ਦੋਸਤ ਨੇ ਜਿਨ੍ਹਾਂ ਨਾਲ ਜਨਾਬ ਇਹ ਜ਼ਾਤੀਆਂ ਤੇ ਜ਼ੁਲਮ ਹੋਏ ਨੇ, ਜਿਹੜੇ ਇਹ ਵੀ ਮੇਰਾ ਮਤਲਬ ਸਲਾਮੋ ਦੀਆਂ ਚੱਕੀਆਂ 'ਚ ਪਿਸ ਰਹੇ ਨੇ। ਕੋਈ ਉਹਨਾਂ ਦੀ ਸੁਣਵਾਈ ਨਹੀਂ ਤੇ ਕੋਈ ਉਹਨਾਂ ਦੀ ਗੱਲ ਸੁਣਨੇ ਵਾਲਾ ਨਹੀਂ।